ਕੀਰਤਪੁਰ ਸਾਹਿਬ ਤੋਂ ਸਿਆਹੀ ਟਿੱਬੀ ਦੇ ਵੱਲ, ਇਸ ਰਸਤੇ ਤੇ ਸਿਆਹੀ ਟਿੱਬੀ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ। ਤੇ ਅੱਗੇ ਜਿਸ ਪ੍ਰਕਾਰ ਇਹ ਬਿਰਤਾਂਤ ਚੱਲਦਾ ਹੈ, 6 ਪੋਹ ਦੀ ਰਾਤ ਦੀ ਸਾਰੀ ਰਾਤ ਜਿਵੇਂ ਇਹ ਜੰਗ ਹੁੰਦੀ ਹੈ, ਜਿਸ ਤਰ੍ਹਾਂ ਦੇ ਨਾਲ ਇਥੋਂ ਸਿਆਹੀ ਟਿੱਬੀ ਤੋਂ ਫਿਰ ਅੰਮ੍ਰਿਤ ਵੇਲੇ ਜਿਹੜਾ ਸਿਰਸਾ ਨਦੀ ਦੇ ਕਿਨਾਰੇ ਤੇ ਇਤਿਆਦਿਕ ਜਿਹੜਾ ਬਿਰਤਾਂਤ ਹੈ, ਆਓ ਇਹ ਅਗਲੇ ਪ੍ਰਸੰਗ ਦੇ ਵਿੱਚ ਵਿਚਾਰਦੇ ਹਾਂ। ਗੁਰੂ ਸੋ ਨੰਦ ਸੂਰਮਾ ਹਠੀਲ ਜੰਗ ਖੇਤ ਕੋ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨੰਦ ਭਾਵ ਸਪੁੱਤਰ ਸਾਹਿਬਜ਼ਾਦਾ ਧੰਨ ਬਾਬਾ ਅਜੀਤ ਸਿੰਘ ਜੀ ਸੂਰਮੇ ਹਠੀਲ ਜੰਗ ਖੇਤ ਕੋ। ਜੰਗ ਦੇ ਖੇਤ ਦੇ ਵਾਸਤੇ, ਰਣ ਭੂਮੀ ਦੇ ਵਾਸਤੇ, ਯੁੱਧ ਦੇ ਮੈਦਾਨ ਦੇ ਵਾਸਤੇ ਜਿਹੜੇ ਬੜੇ ਹਠੀਲੇ ਨੇ, ਹਠੀਲੇ ਸੁਭਾਅ ਦੇ, ਭਾਵ ਜਿਹੜੇ ਹੱਠ ਕਰਕੇ, ਜਿੱਦ ਕਰਕੇ, ਅੜ ਕੇ ਖਲੋ ਕੇ ਲੜਦੇ ਨੇ, ਜਿਹੜੇ ਮੈਦਾਨ ਛੱਡ ਕੇ ਕਾਇਰਤਾ ਦਿਖਾ ਕੇ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਹਨ, ਬਲਕਿ ਪੂਰੀ ਦ੍ਰਿੜਤਾ ਦੇ ਨਾਲ, ਪੂਰੀ ਸੂਰਬੀਰਤਾ ਤੇ ਦਲੇਰੀ ਦੇ ਨਾਲ ਆਪਣੇ ਕਦਮ ਜਮਾ ਕੇ ਜਿਹੜੇ ਅੜ ਕੇ ਮੁਕਾਬਲਾ ਕਰ ਰਹੇ ਨੇ, ਲੜ ਰਹੇ ਨੇ, ਗਿਣਤੀ ਦੇ ਸਿੰਘ ਨਾਲ ਨੇ। ਦੂਜੇ ਪਾਸੇ ਲੱਖਾਂ ਦਾ ਜਿਹੜਾ ਮੁਲਖਈਆ ਹੈ, ਟਿੱਡੀ ਦਲ ਹੈ, ਜਿਹੜਾ ਚੜ੍ਹ ਕੇ ਆਉਂਦਾ ਹੈ, ਵਾਰ-ਵਾਰ ਧਾ ਕੇ ਹਮਲਾ ਕਰਦੇ ਨੇ, ਅੱਗੇ ਵਧਣ ਦਾ ਯਤਨ ਕਰਦੇ ਨੇ, ਪਰ ਪਰਬਤ ਦੇ ਵਾਂਗ, ਪਹਾੜ ਦੇ ਵਾਂਗ ਅਡੋਲ ਖਲੋ ਕੇ ਜਿਹੜੇ ਮੁਕਾਬਲਾ ਕਰ ਰਹੇ ਨੇ, ਇਹਨਾਂ ਨੂੰ ਅੱਗੇ ਵੱਧਦਿਆਂ ਨੂੰ ਠੱਲ ਪਾਉਂਦੇ ਨੇ। ਅਜੀਤ ਸਿੰਘ ਨਾਮ ਕੀ ਸੋ ਲਾਜ ਰੱਖ ਜੀਤ ਕੋ। ਜਿਨ੍ਹਾਂ ਨੇ ਆਪਣੇ ਨਾਮ ਦੀ ਲਾਜ ਰੱਖੀ ਹੈ, ਕੇਵਲ ਨਾਮ ਹੀ ਅਜੀਤ ਨਹੀਂ, ਕੇਵਲ ਨਾਮ ਹੀ ਨਹੀਂ, ਬਲਕਿ ਸੱਚਮੁੱਚ ਆਪਣੇ ਨਾਮ ਦੀ ਲਾਜ ਰੱਖਦੇ ਨੇ, ਇੱਜ਼ਤ ਰੱਖਦੇ ਨੇ। ਤੇ ਸੱਚਮੁੱਚ ਲੱਖਾਂ ਦੇ ਦਲ ਦੇ ਅੱਗੇ ਵੀ ਜਿਹੜੇ ਅਜਿੱਤ ਨੇ, ਜਿਨ੍ਹਾਂ ਨੂੰ ਇਹ ਜਿੱਤ ਨਹੀਂ ਸਕਦੇ। ਹੀਰ ਦੂਰ ਜਾਏ ਕੈ ਪਹੁੰਚਿਓ ਸੰਭਾਰ ਕੈ। ਇਸ ਤਰ੍ਹਾਂ ਮੁਗਲਾਂ ਤੇ ਪਹਾੜੀਆਂ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਰਾਹ ਰੋਕਿਆ, ਤੇ ਦੂਜੇ ਪਾਸੇ ਜਿਹੜੀ ਵਹੀਰ ਹੈ ਇਹ ਉਸੇ ਤਰ੍ਹਾਂ ਅੱਗੇ ਵੱਲ ਵੱਧਦੀ ਜਾ ਰਹੀ ਹੈ। ਰਿਪੂਨ ਕੀ ਨਾ ਆਂਚ ਲਾਗ ਛੇਮ ਤੇ ਪਧਾਰ ਕੈ। ਵੈਰੀ ਨੇ ਜਿਸ ਇਰਾਦੇ ਦੇ ਨਾਲ, ਜਿਸ ਮਾੜੇ ਇਰਾਦੇ ਦੇ ਨਾਲ ਹਮਲਾ ਕੀਤਾ ਸੀ, ਧਾਵਾ ਬੋਲਿਆ ਸੀ, ਇਹ ਆਪਣੇ ਮਨਸੂਬੇ ਦੇ ਵਿੱਚ ਇੱਥੇ ਸਫਲ ਨਹੀਂ ਹੋਏ। ਵਹੀਰ ਤੱਕ ਜਿਹੜੇ ਪਰਿਵਾਰ ਨੇ, ਜਿਨ੍ਹਾਂ ਦੇ ਵਿੱਚ ਬੀਬੀਆਂ ਨੇ ਜਾਂ ਬਜ਼ੁਰਗ ਨੇ, ਜਾਂ ਉਹ ਜਿਹੜੇ ਲੜ ਨਹੀਂ ਸਕਦੇ, ਪੂਰੀ ਵਹੀਰ ਹੈ, ਸਤਿਗੁਰੂ ਜੀ ਦਾ ਪਰਿਵਾਰ ਹੈ, ਵਹੀਰ ਤੱਕ ਵੀ ਨਹੀਂ ਪਹੁੰਚ ਸਕੇ, ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਵੀ ਨਹੀਂ ਪਹੁੰਚ ਸਕੇ। ਇਹਨਾਂ ਨੂੰ ਰਸਤੇ ਦੇ ਵਿੱਚ ਹੀ ਠੱਲ ਪਾਈ ਬਾਬਾ ਅਜੀਤ ਸਿੰਘ ਜੀ ਨੇ। ਵਹੀਰ ਸੁਰੱਖਿਅਤ ਇਹਨਾਂ ਦੀ ਪਹੁੰਚ ਤੋਂ ਬਾਹਰ ਨਿਕਲ ਚੁੱਕੀ ਹੈ, ਅੱਗੇ ਨਿਕਲ ਗਈ ਹੈ, ਤੇ ਆਂਚ ਤੱਕ ਵੀ ਵਹੀਰ ਨੂੰ ਨਹੀਂ ਆਉਣ ਦਿੱਤੀ। ਬਾਬਾ ਅਜੀਤ ਸਿੰਘ ਜੀ ਨੇ ਇਹਨਾਂ ਨੂੰ ਪਹੁੰਚਣ ਵੈਰੀ ਨੂੰ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਸਨੇ ਸਨੇ ਪਿਆਨ ਕੈ। ਇਧਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਹਿਜੇ ਸਹਿਜੇ ਅੱਗੇ ਵਧਦੇ ਨੇ। ਅਨੰਤ ਨਾਦ ਜੰਗ ਕੋ ਤਫੰਗ ਕੇ ਮਹਾਨ ਕੈ। ਨਾਲ ਫਿਰ ਜਿਹੜਾ ਜੰਗ ਦਾ ਸ਼ੂਰ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਦਿੰਦਾ ਹੈ। ਜਿਸ ਤਰ੍ਹਾਂ ਦੇ ਨਾਲ ਗੋਲੀਆਂ ਚੱਲਦੀਆਂ ਨੇ, ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਤੇ ਨਾਲ ਲੱਖਾਂ ਦਾ ਦਲ ਜਿਹੜਾ ਹੋ ਹੱਲਾ ਕਰਦਾ ਆਉਂਦਾ ਹੈ, ਸ਼ੋਰ ਸ਼ਰਾਬਾ, ਇਹ ਸਾਰੀਆਂ ਆਵਾਜ਼ਾਂ ਸਤਿਗੁਰੂ ਜੀ ਨੂੰ ਰਸਤੇ ਦੇ ਵਿੱਚ ਜਾਂਦਿਆਂ ਸੁਣਾਈ ਦਿੰਦੀਆਂ ਨੇ। ਤੇ ਸਪਸ਼ਟ ਹੀ ਪਤਾ ਚੱਲਦਾ ਹੈ ਕਿ ਵੈਰੀ ਨੇ ਹੱਲਾ ਬੋਲ ਦਿੱਤਾ ਹੈ, ਹਮਲਾ ਕਰ ਦਿੱਤਾ ਹੈ। ਲਾਰੈ ਸੋ ਕੌਣ ਬੂਝਿਓ ਸਮੂਹ ਕੀ ਸੰਭਾਰ ਲੈ। ਪਰ ਇਹਦੇ ਨਾਲ ਇਹ ਹੈ ਕਿ ਵੈਰੀ ਹਮਲਾ ਕਰਦਾ ਹੈ, ਬੜਾ ਹੋ ਹੱਲਾ ਕਰਦਾ ਹੈ, ਗੋਲੀਆਂ ਵੀ ਚੱਲ ਰਹੀਆਂ ਨੇ, ਸੁਣਾਈ ਦੇ ਰਹੀ ਹੈ ਆਵਾਜ਼, ਪਰ ਇਹਦੇ ਬਾਵਜੂਦ ਜਿਹੜਾ ਇਹ ਲੱਖਾਂ ਦਾ ਦਲ ਹੈ,
ਇਹ ਸਤਿਗੁਰੂ ਜੀ ਤੱਕ ਪਹੁੰਚਿਆ ਨਹੀਂ। ਇਹਦਾ ਭਾਵ ਇਹ ਹੈ ਕਿ ਇਹਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਹੈ। ਵੈਰੀ ਦੇ ਦਲ ਦਾ ਅੱਗਾ ਕਿਸੇ ਨੇ ਰੋਕਿਆ ਹੈ ਤੇ ਕੋਈ ਇਹਨਾਂ ਦੇ ਨਾਲ ਲੜਦਾ ਪਿਆ ਹੈ, ਮੁਕਾਬਲਾ ਕਰਦਾ ਪਿਆ ਹੈ, ਪਰ ਕੌਣ ਲੜ ਰਿਹਾ ਹੈ? ਬਿਲੰਦ ਬੀਰ ਕੌਣ ਹੈ, ਬਿਲੋ ਕੋ ਰੋਕ ਸਾਰ ਲੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਸਾਥੀ ਸਿੰਘਾਂ ਨੂੰ ਫਿਰ ਇਹ ਬਚਨ ਆਖਦੇ ਨੇ, ਕਹਿੰਦੇ ਸਾਰ ਲਓ, ਪਤਾ ਕਰੋ ਕਿ ਇਹ ਵੱਡਾ ਸੂਰਬੀਰ ਯੋਧਾ ਕੌਣ ਹੈ ਜਿਹੜਾ ਮੁਗਲਾਂ ਤੇ ਪਹਾੜੀਆਂ ਦੇ ਨਾਲ ਲੋਹਾ ਲੈ ਰਿਹਾ ਹੈ, ਲੜ ਰਿਹਾ ਹੈ, ਮੁਕਾਬਲਾ ਕਰਦਾ ਹੈ। ਸੋਰਠਾ ਟਿੱਬੀ ਸ਼ਿਆਮ ਸਥਾਨ, ਠਾਡੇ ਪਏ ਵਿਚਾਰ ਕੈ। ਇਸ ਤਰ੍ਹਾਂ ਫਿਰ ਸਤਿਗੁਰੂ ਜੀ ਇਸ ਸਮੇਂ ਤੱਕ ਸਿਆਹੀ ਟਿੱਬੀ ਤੱਕ ਪਹੁੰਚ ਚੁੱਕੇ ਨੇ। ਜਦੋਂ ਸਿਆਹੀ ਟਿੱਬੀ ਤੇ ਪਹੁੰਚੇ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁਕ ਗਏ। ਸੰਗ ਨ ਪੁੱਤਰ ਮਹਾਨ, ਜਾਣਿਓ ਤਿਣ ਰਣ ਘਾਲਿਓ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਉਹਨਾਂ ਦਾ ਜਥਾ ਅਜੇ ਤੱਕ ਇੱਥੇ ਪਹੁੰਚਿਆ ਨਹੀਂ, ਨਾਲ ਨਹੀਂ ਪਹੁੰਚਿਆ। ਤੇ ਇਹਦੇ ਤੋਂ ਇਹ ਪਤਾ ਚੱਲ ਗਿਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੀ ਇਹ ਜੰਗ ਲੜ ਰਹੇ ਨੇ। ਰਸਾਵਲੋ ਛੰਦ ਵੱਡੋ ਜੰਗ ਨਾਦੰ, ਸੁਨਿਓ ਵੀਰ ਬਾਦੰ। ਵੱਡਾ ਜੰਗ ਹੋ ਰਿਹਾ ਹੈ, ਬੜਾ ਸ਼ੂਰ ਸ਼ਰਾਬਾ ਸੁਣਾਈ ਦਿੰਦਾ ਹੈ, ਸੂਰਮਿਆਂ ਦੀਆਂ ਆਵਾਜ਼ਾਂ, ਰੌਲਾ ਰੱਪਾ ਇਹ ਬਹੁਤ ਹੋ ਰਿਹਾ ਹੈ। ਹਰੇ ਆਪ ਹੋਏ ਢਿਗੈ ਸਿੰਘ ਜੋਏ। ਇਹ ਦੇਖ ਕੇ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਿਆਹੀ ਟਿੱਬੀ ਤੇ ਰੁਕੇ ਤੇ ਨਾਲ ਸਤਿਗੁਰੂ ਜੀ ਦੇ ਜਿਹੜੇ ਸਿੰਘ ਨੇ ਰਖੇ ਰੋਕ ਬੀਰੰ, ਧਰੀ ਪੁੱਤਰ ਧੀਰੰ। ਇੱਥੇ ਸਤਿਗੁਰੂ ਜੀ ਫਿਰ ਨਾਲ ਦੇ ਸਿੰਘਾਂ ਨੂੰ ਇਹ ਬਚਨ ਆਖਦੇ ਨੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਬੜੇ ਧੀਰਜ ਦੇ ਨਾਲ ਲੜਦੇ ਪਏ ਨੇ, ਜਿਨ੍ਹਾਂ ਨੇ ਵੈਰੀ ਨੂੰ ਅਜੇ ਤੱਕ ਰੋਕ ਕੇ ਰੱਖਿਆ ਹੈ। ਇਹ ਤਾਂ ਸਪਸ਼ਟ ਹੈ ਕਿ ਜੇ ਅਜੇ ਤੱਕ ਵੀ ਇੰਨੇ ਸਮੇਂ ਤੱਕ ਵੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਸਿਆਹੀ ਟਿੱਬੀ ਤੱਕ ਸਤਿਗੁਰੂ ਜੀ ਪਹੁੰਚ ਚੁੱਕੇ ਨੇ ਤੇ ਅਜੇ ਤੱਕ ਵੀ ਜੇ ਵੈਰੀ ਦਾ ਦਲ ਇੱਥੋਂ ਤੱਕ ਨਹੀਂ ਪਹੁੰਚਿਆ ਤੇ ਭਾਵ ਇਹ ਹੈ ਕਿ ਉਹ ਰੋਕ ਲਿਆ ਗਿਆ ਹੈ, ਉਹਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ। ਤੇ ਜੇ ਲੱਖਾਂ ਦੇ ਦਲ ਨੂੰ ਇੰਨੇ ਸਮੇਂ ਤੱਕ ਅਟਕਾ ਕੇ ਰੱਖਿਆ ਹੈ, ਰੋਕ ਕੇ ਰੱਖਿਆ ਹੋਇਆ ਹੈ, ਇਹਦਾ ਭਾਵ ਇਹ ਹੈ ਕਿ ਫਿਰ ਬੜੇ ਧੀਰਜ ਠਰਮੇ ਦੇ ਨਾਲ ਆੜ ਕੇ ਖਲੋ ਕੇ ਜਿਹੜੀ ਜੰਗ ਹੈ ਲੜੀ ਜਾ ਰਹੀ ਹੈ। ਸਹਾਈ ਸੇ ਦਾਵੋ ਚਲੇ ਮੇਲ ਆਵੋ। ਸਤਿਗੁਰੂ ਜੀ ਸਿੰਘਾਂ ਨੂੰ ਕਹਿੰਦੇ ਨੇ ਕਿ ਉਹਨਾਂ ਦੀ ਸਹਾਇਤਾ ਦੇ ਵਾਸਤੇ ਜਾਓ ਤੇ ਉਹਨਾਂ ਨੂੰ ਨਾਲ ਮਿਲਾ ਕੇ ਰਲਾ ਕੇ ਤੇ ਹੌਲੀ ਹੌਲੀ ਅੱਗੇ ਵੱਧਦੇ ਆਓ। ਇਹ ਕਿਹਾ ਜਾਏ ਕਿ ਇੱਕ ਥਾਂ ਖਲੋ ਕੇ ਨਾ ਲੜਿਆ ਜਾਏ, ਬਲਕਿ ਲੜਦਿਆਂ ਲੜਦਿਆਂ ਮੁਕਾਬਲਾ ਕਰਦਿਆਂ ਇਧਰ ਸਾਡੇ ਵੱਲ ਨੂੰ ਆਇਆ ਜਾਵੇ। ਉਹਦੀ ਸਿੰਘ ਜੋਦਾ ਚਲਿਓ ਧਾਰ ਕ੍ਰੋਧਾ। ਤੇ ਬਾਕੀ ਇਹ ਸਾਰੀ ਜਿਹੜੀ ਰਣਨੀਤੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲਾਂ ਬਣਾਈ ਹੋਈ ਹੈ, ਜਥਿਆਂ ਦੀ ਜਿਹੜੀ ਵੰਡ ਕੀਤੀ ਹੋਈ ਹੈ, 100 ਦਾ ਜਥਾ, 50 ਸਿੰਘਾਂ ਦਾ ਜਥਾ ਤੇ ਇੱਕ ਸਿੰਘ ਨੂੰ ਜਥੇ ਦੀ ਅਗਵਾਈ ਦਿੱਤੀ ਹੈ। ਸਾਰੀ ਰਣਨੀਤੀ ਪਹਿਲਾਂ ਬਣਾ ਕੇ ਜਿਹੜਾ ਇਹ ਚੱਲੇ ਨੇ, ਕਿਉਂਕਿ ਇਹ ਤਾਂ ਪੱਕਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਵੈਰੀ ਦੇ ਦਲ ਨੇ ਹਮਲਾ ਕਰਨਾ ਹੀ ਕਰਨਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹ ਸਪਸ਼ਟ ਸਤਿਗੁਰੂ ਜੀ ਨੇ ਕਰਤਾ ਸੀ ਕਿ ਜਦੋਂ ਆਪਾਂ ਕਿਲਾ ਛੱਡ ਕੇ ਬਾਹਰ ਨਿਕਲਣਾ, ਘੇਰੇ ਤੋਂ ਬਾਹਰ ਜਾਣਾ ਤੇ ਹਮਲਾ ਸਾਡੇ ਤੇ ਹੋਏਗਾ। ਇਹ ਛਲ ਕਰਨਗੇ, ਇਹ ਸਲੀਏ ਨੇ, ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਹਨਾਂ ਦੀਆਂ ਕਸਮਾਂ ਤੇ ਪ੍ਰਤੀਤ ਨਹੀਂ ਕੀਤੀ ਜਾ ਸਕਦੀ। ਸਾਰੀ ਰਣਨੀਤੀ ਇਸੇ ਕਰਕੇ ਬਣਾਈ ਹੈ ਤੇ ਪਹਿਲਾਂ ਹੀ ਜਿਹੜੀ ਜਥਿਆਂ ਦੀ ਵੰਡ ਕੀਤੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਸਿੰਘ ਜਥਿਆਂ ਦੇ ਵਿੱਚ ਲੜੇ, ਜਿਵੇਂ ਜਿਵੇਂ ਲੜ ਕੇ ਆਪੋ ਆਪਣੇ ਮੋਰਚੇ ਸੰਭਾਲ ਕੇ ਰਸਤੇ ਦੇ ਵਿੱਚ ਸ਼ਹਾਦਤਾਂ ਦਾ ਜਾਮ ਪੀਤਾ, ਇਹਦੇ ਤੋਂ ਸਪਸ਼ਟ ਹੈ ਕਿ ਰਾਹ ਦੇ ਵਿੱਚ ਫਿਰ ਇਹ ਵੀ ਵੰਡ ਕੀਤੀ ਗਈ ਹੈ ਕਿ ਕਿਹੜੇ ਸਿੰਘ ਦੀ ਅਗਵਾਈ ਦੇ ਵਿੱਚ ਕਿਹੜੇ ਜਥੇ ਨੇ ਕਿੱਥੇ
ਵੈਰੀ ਦੇ ਦਲ ਦਾ ਰਾਹ ਰੋਕਣਾ ਹੈ, ਉਹਦੇ ਨਾਲ ਮੁਕਾਬਲਾ ਕਰਨਾ ਹੈ, ਲੜਨਾ ਹੈ। ਤੇ ਇਸੇ ਦੇ ਮੁਤਾਬਕ ਇੱਥੇ ਫਿਰ ਇਹ ਸਤਿਗੁਰੂ ਜੀ ਨੇ ਬਚਨ ਆਖਿਆ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਦੀ ਸਹਾਇਤਾ ਦੇ ਵਾਸਤੇ ਜਾਓ, ਉਹਨਾਂ ਨੂੰ ਨਾਲ ਰਲਾ ਕੇ ਮਿਲਾ ਕੇ ਇੱਥੋਂ ਤੱਕ ਸਿਆਹੀ ਟਿੱਬੀ ਤੱਕ ਲੈ ਕੇ ਆਂਦਾ ਜਾਵੇ। ਕਰੋ ਮੋਹਿ ਆਗਿਆ ਮਹਾ ਜੁਧ ਜਾਗਿਆ। ਜਦੋਂ ਇਹ ਬਚਨ ਸਤਿਗੁਰੂ ਜੀ ਨੇ ਕਹੇ ਤੇ ਭਾਈ ਉਦੈ ਸਿੰਘ ਯੋਧੇ ਸੂਰਬੀਰ ਬੜੇ ਬਲਵਾਨ, ਇਹ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਵੱਡੇ ਸੁਪੁੱਤਰ ਨੇ ਭਾਈ ਉਦੈ ਸਿੰਘ, ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਬੜੇ ਨਜ਼ਦੀਕੀ ਨੇ, ਉਹਨਾਂ ਦੇ ਨਾਲ ਬੜੀ ਮਿੱਤਰਤਾ ਇਹਨਾਂ ਦੀ ਹੈ। ਭਾਈ ਉਦੈ ਸਿੰਘ ਨੇ ਸਤਿਗੁਰੂ ਜੀ ਤੋਂ ਬੇਨਤੀ ਕਰਕੇ ਆਗਿਆ ਮੰਗੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਨੂੰ ਹੁਕਮ ਕਰੋ, ਮੈਂ ਆਪਣੀ ਜਥੇ ਦੇ ਨਾਲ ਜਾਂਦਾ ਹਾਂ ਜਿੱਥੇ ਇਹ ਕਮਸਾਨ ਦੀ ਜੰਗ ਮੱਚੀ ਹੋਈ ਹੈ। ਪਹੁੰਚੋ ਸੋ ਜਾਈ ਬਨਿਜੈ ਸਹਾਈ। ਮੈਂ ਸਾਹਿਬਜ਼ਾਦਾ ਜੀ ਦੀ ਸਹਾਇਤਾ ਦੇ ਵਾਸਤੇ, ਉਹਨਾਂ ਦੇ ਜਥੇ ਦੀ ਮਦਦ ਦੇ ਵਾਸਤੇ ਆਪਣੇ ਜਥੇ ਦੇ ਨਾਲ ਜਾਣਾ, ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਕਰਦਾ ਹਾਂ। ਸੁਪੁੱਤਰੰ ਤੋਹਾਰਾ ਜਹਾਂ ਓਜ ਪਹਾਰਾ। ਜਿਸ ਥਾਂ ਤੇ ਆਪ ਜੀ ਦੇ ਸਾਹਿਬਜ਼ਾਦੇ ਬੜੀ ਵੀਰਤਾ ਦੇ ਨਾਲ ਲੜ ਰਹੇ ਨੇ, ਪੂਰਾ ਜ਼ੋਰ ਲਾ ਕੇ, ਪੂਰਾ ਬਲ ਲਾ ਕੇ, ਜਿੱਥੇ ਉਹਨਾਂ ਨੇ ਵੈਰੀ ਦਾ ਰਾਹ ਰੋਕਿਆ ਹੈ। ਸੁਨੀ ਦਾਸ ਬਾਨੀ ਸੋ ਆਗਿਆ ਬਖਾਨੀ। ਇਸ ਤਰ੍ਹਾਂ ਜਦੋਂ ਭਾਈ ਉਦੈ ਸਿੰਘ ਨੇ ਬੇਨਤੀ ਕੀਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਉਦੈ ਸਿੰਘ ਜੀ ਨੂੰ ਆਗਿਆ ਦਿੰਦਿਆਂ ਇਹ ਬਚਨ ਆਖਿਆ, ਕਰੋ ਯੁੱਧ ਜਾਓ ਸਭੈ ਸ਼ਤਰ ਘਾਓ। ਕਿ ਤੁਸੀਂ ਜਾ ਕੇ ਲੜੋ, ਯੁੱਧ ਕਰੋ, ਸ਼ਤਰੂ ਦਾ ਵੈਰੀ ਦਾ ਨਾਸ਼ ਕਰੋ, ਸੰਘਾਰ ਕਰੋ। ਬਨੇ ਬੇਮਾਨਾ ਸਫਾ ਹੋਏ ਹਾਨਾ। ਇਹ ਬੇਈਮਾਨ ਬਣ ਗਏ ਨੇ, ਇਹਨਾਂ ਦਾ ਧਰਮ ਈਮਾਨ ਨਹੀਂ ਰਿਹਾ, ਆਪਣੇ ਧਰਮ ਤੋਂ ਇਹ ਡਿੱਗ ਚੁੱਕੇ ਨੇ, ਮੁਨਕਰ ਹੋ ਚੁੱਕੇ ਨੇ। ਤੇ ਜਦੋਂ ਕੋਈ ਧਰਮ ਈਮਾਨ ਤੋਂ ਮੁਨਕਰ ਹੋ ਜਾਂਦਾ ਹੈ, ਫਿਰ ਉਹਦਾ ਪਤਨ ਹੋਣਾ, ਉਹਦਾ ਨਾਸ਼ ਹੋਣਾ ਯਕੀਨੀ ਬਣ ਜਾਂਦਾ ਹੈ। ਪਹਾਰੀ ਨਿਰਪਾਲਾ ਮਹਾ ਮੂੜ ਜਾਲਾ। ਇਹਨਾਂ ਦੀਆਂ ਸਫਾ ਮਿਟ ਜਾਣਗੀਆਂ, ਇਹਨਾਂ ਦਾ ਨਾਸ਼ ਹੋਏਗਾ। ਜਿਹੜੇ ਪਹਾੜੀ ਰਾਜੇ 22 ਧਾਰ ਦੇ ਰਾਜੇ ਨੇ, ਇਹਨਾਂ ਨੇ ਬੜੀ ਇਹ ਮੂੜਤਾ ਦਿਖਾਈ ਹੈ, ਮੂਰਖਤਾ ਕੀਤੀ ਹੈ। ਤੈਨੂੰ ਧਰਮ ਨਾਸ਼ਾ ਕੁਕਰਮ ਪ੍ਰਕਾਸ਼ਾ। ਇਹਨਾਂ ਦਾ ਧਰਮ ਵੀ ਨਾਸ਼ ਹੋ ਗਿਆ ਹੈ, ਇਹ ਵੀ ਆਪਣੇ ਧਰਮ ਤੇ ਕਾਇਮ ਨਹੀਂ ਰਹੇ, ਤੇ ਕੁਕਰਮ ਇਹਨਾਂ ਨੇ ਵੀ ਕੀਤਾ ਹੈ, ਗੁਨਾਹ ਕੀਤਾ ਹੈ। ਉਹਦੇ ਸਿੰਘ ਮਾਨੀ ਕਰੀ ਸਾਵਧਾਨੀ। ਇਸ ਕਰਕੇ ਇਹਨਾਂ ਦਾ ਨਾਸ਼ ਹੋਏਗਾ, ਇਹ ਇਹਨਾਂ ਦੇ ਪਤਨ ਦਾ ਕਾਰਨ ਬਣੇਗਾ। ਇਹ ਬਚਨ ਸਤਿਗੁਰੂ ਜੀ ਨੇ ਕਹੇ। ਭਾਈ ਉਦੈ ਸਿੰਘ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਸਾਵਧਾਨ ਸੁਚੇਤ ਹੁੰਦੇ ਨੇ, ਜਾਣ ਦੇ ਵਾਸਤੇ ਤਿਆਰ ਹੁੰਦੇ ਨੇ। ਹਟਿਓ ਵੀਰ ਭਾਰੀ ਕਰੰ ਚਾਪ ਚਾਰੀ। ਭਾਰੀ ਵੀਰ ਵੱਡੇ ਸੂਰਬੀਰ ਯੋਧੇ ਭਾਈ ਉਦੈ ਸਿੰਘ, ਕੁਝ ਕੁ ਸਿੰਘਾਂ ਦੇ ਨਾਲ ਤਕਰੀਬਨ 50 ਸਿੰਘ ਇਹਨਾਂ ਦੇ ਜਥੇ ਦੇ ਵਿੱਚ, ਉਹਨਾਂ ਦੇ ਨਾਲ ਇਹ ਫਿਰ ਵਾਪਸ ਮੁੜੇ, ਪਿਛਾਂ ਵੱਲ ਪਰਤੇ ਨੇ। ਕਰੰ ਚਾਪ ਧਾਰੀ, ਹੱਥ ਦੇ ਵਿੱਚ ਇਹਨਾਂ ਨੇ ਧਨੁੱਖ ਪਕੜੀ ਹੈ। ਲਏ ਤੀਰ ਤੀਖੇ ਫਨੀਚੈ ਸਰੀਖੇ। ਪੱਠੇ ਦੇ ਅੰਦਰ ਤਿੱਖੇ ਤੀਰ ਜਿਹੜੇ ਸੱਪ ਦੇ ਵਾਂਗ ਸ਼ੂਕਦੇ ਹੋਏ ਜਾਂਦੇ ਨੇ, ਇਹ ਪੱਠਾ ਤਿੱਖੇ ਤੀਰਾਂ ਦੇ ਨਾਲ ਭਰਿਆ ਹੋਇਆ ਕਿਤੇ ਹੈ। ਸਿੰਘ ਸੰਗੀ ਚੱਲੇ ਹੈ ਭੁਜੰਗੀ। ਸੰਗੀ ਸਿੰਘ ਇਹਨਾਂ ਦੇ ਸਾਥੀ ਸਿੰਘ ਜਿਹੜੇ ਜਥੇ ਦੇ ਵਿੱਚ ਨੇ, ਉਹ ਇਹਨਾਂ ਦੇ ਨਾਲ ਚੱਲੇ ਨੇ। ਜਹਾਂ ਸੈਨ ਰੋਕੀ ਦਿਸ਼ਾ ਸੋਭ ਲੋਕੀ। ਹਨੇਰੀ ਰਾਤ ਬੇਸ਼ੱਕ ਭਾਵੇਂ ਦਿਖਾਈ ਨਹੀਂ ਕੁਝ ਦਿੰਦਾ, ਪਰ ਇਹਦੇ ਬਾਵਜੂਦ
ਜਿਸ ਪਾਸਿਓਂ ਆਵਾਜ਼ ਆ ਰਹੀ ਹੈ, ਜੰਗ ਜਿਸ ਪਾਸੇ ਹੋ ਰਹੀ ਹੈ, ਰੌਲਾ ਰੱਪਾ ਪੈ ਰਿਹਾ ਹੈ, ਉਸ ਦਿਸ਼ਾ ਦੇ ਵੱਲ ਚੱਲ ਰਹੇ ਨੇ। ਗੁਰੂ ਪਾਏ ਹੇਰੇ ਸੋ ਪਾਏ ਕਨੇਰੇ। ਕਹਿੰਦੇ ਚੱਲਣ ਤੋਂ ਪਹਿਲਾਂ ਜਦੋਂ ਇੱਥੋਂ ਤੁਰਨ ਲੱਗੇ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਪਰ ਧਰਿਓ ਸੀਸ ਜਾਈ ਪਰਲੋਕੰ ਸਹਾਈ। ਭਾਈ ਉਦੈ ਸਿੰਘ ਜੀ ਨੇ ਆਪਣਾ ਸੀਸ ਰੱਖਿਆ, ਮੱਥਾ ਟੇਕਿਆ, ਨਤਮਸਤਕ ਹੋਏ ਤੇ ਨਾਲ ਬੇਨਤੀ ਕੀਤੀ ਹੈ, ਗਾਹੋ ਬਾਹੋ ਮੇਰੀ ਪਰਿਓ ਸ਼ਰਨ ਤੇਰੀ। ਬੇਨਤੀ ਕਰਕੇ ਆਖਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਜਿਵੇਂ ਇਸ ਲੋਕ ਦੇ ਵਿੱਚ ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਮੇਰੀ ਬਾਹ ਪਕੜੀ ਹੈ, ਲਾਜ ਰੱਖੀ ਹੈ, ਇਸੇ ਤਰ੍ਹਾਂ ਕਿਰਪਾ ਕਰਨੀ, ਪਰਲੋਕ ਦੇ ਵਿੱਚ ਵੀ ਨਿਭਾ ਦੇਣੀ। ਮੈਂ ਆਪ ਜੀ ਦੀ ਸ਼ਰਨ ਦਾ ਆਸਰਾ ਤੱਕਿਆ ਤੇ ਇਸੇ ਤਰ੍ਹਾਂ ਪਰਲੋਕ ਦੇ ਵਿੱਚ ਵੀ ਬਾਹ ਪਕੜਨੀ, ਸਹਾਈ ਹੋਣਾ। ਗੁਰੂ ਦੀਨ ਥਾਪੀ ਕਰਿਓ ਛਤਰ ਖਾਪੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਥਾਪੜਾ ਦਿੰਦੇ ਨੇ। ਭਾਈ ਉਦੈ ਸਿੰਘ ਨੂੰ ਥਾਪੜਾ ਦੇ ਕੇ ਸਤਿਗੁਰੂ ਜੀ ਇਹ ਬਚਨ ਆਖਦੇ ਨੇ ਕਿ ਜਾਓ, ਜਾ ਕੇ ਸ਼ਤਰੂ ਦਾ, ਵੈਰੀ ਦਾ ਨਾਸ਼ ਕਰੋ। ਜਹਾਂ ਮੋਹਿ ਬਾਸਾ ਰੱਖੋ ਤੋਹੇ ਪਾਸਾ। ਨਾਲ ਫਿਰ ਇਹ ਬਚਨ ਕਿਹਾ ਕਿ ਜੇ ਇੱਥੇ ਤੈਨੂੰ ਅਸੀਂ ਆਪਣੇ ਨਾਲ ਰੱਖਿਆ, ਜੇ ਇੱਥੇ ਸਾਡੇ ਨਾਲ ਰਿਹਾ ਤੇ ਜਿੱਥੇ ਸਾਡਾ ਵਾਸਾ ਹੋਏਗਾ ਉੱਥੇ ਤੇਰਾ ਵੀ ਵਾਸਾ ਹੋਵੇਗਾ। ਧਰੋ ਮੋਰ ਧਿਆਨਾ ਜੋ ਜੋ ਛਤਰ ਹਾਨਾ। ਇਸੇ ਤਰ੍ਹਾਂ ਅਕਾਲ ਪੁਰਖ ਦਾ ਧਿਆਨ ਧਰੋ, ਵੈਰੀ ਦਾ ਸੰਘਾਰ ਕਰੋ, ਜਾ ਕੇ ਰਣ ਤੱਤੇ ਦੇ ਵਿੱਚ ਵੈਰੀ ਦੇ ਨਾਲ ਜੂਝੋ। ਦੋਹਰਾ ਜਿਤ ਕਰੇ ਦੇ ਮਹਿ ਕਾਮਨਾ, ਪੰਥ ਸਰਦਾਰੀ ਪਾਏ। ਤੇ ਨਾਲ ਸਤਿਗੁਰੂ ਜੀ ਇਹ ਬਚਨ ਆਖ ਰਹੇ ਨੇ ਕਿ ਇਹ ਜੰਗ ਦਾ, ਯੁੱਧ ਦਾ, ਜੂਝਣ ਦਾ, ਸ਼ਹਾਦਤਾਂ ਦਾ ਇਹੀ ਮਨੋਰਥ ਹੈ ਕਿ ਪੰਥ ਨੂੰ ਸਰਦਾਰੀ ਮਿਲੇ। ਭੋਗਹਿ ਧਰਨੀ ਰਾਜ ਕੋ, ਮੋਹਿ ਮਿਲਹਿ ਪੁਨ ਆਏ। ਧਰਤੀ ਦੇ ਉੱਪਰ ਰਾਜ ਭੋਗੇ, ਪੰਥ ਸਰਦਾਰੀ ਕਰੇ। ਰਸਾਵਲ ਛੰਦ ਜਿਤੇ ਮੋਹਿ ਸੰਗੀ, ਲਰੈਂਗੇ ਪੁਜੰਗੀ। ਤੇ ਨਾਲ ਸਤਿਗੁਰੂ ਜੀ ਇਹ ਬਚਨ ਆਖਦੇ ਨੇ ਕਿ ਜਿਹੜੇ ਸਾਡੇ ਸੰਗੀ ਨੇ, ਜਿਹੜੇ ਸਿੰਘ ਸਾਡੇ ਨਾਲ ਰਹਿਣ ਵਾਲੇ ਨੇ, ਜਿਹੜੇ ਲੜਦੇ ਨੇ, ਜੂਝਦੇ ਨੇ, ਬਣੈ ਤੂੰ ਪ੍ਰਧਾਨਾ, ਭੋਗੈ ਸੁਖ ਨਾਨਾ। ਭਾਈ ਉਦੈ ਸਿੰਘ ਨੂੰ ਸਤਿਗੁਰੂ ਜੀ ਇਹ ਬਚਨ ਆਖਦੇ ਨੇ, ਕਹਿੰਦੇ ਤੂੰ ਉਹਨਾਂ ਦੇ ਵਿੱਚੋਂ ਮੁੱਖ ਹੈ, ਤੂੰ ਮੁਖੀ ਸਿੰਘਾਂ ਦੇ ਵਿੱਚ ਹੈ, ਅਗਲੀ ਕਤਾਰ ਦੇ ਵਿੱਚ ਆਉਂਦਾ ਹੈ। ਵਰੰ ਐਸ ਦੀਨੋ ਮਹਾ ਮੋਦ ਕੀਨੋ। ਇਹ ਬਚਨ ਸਤਿਗੁਰੂ ਜੀ ਨੇ ਕਹੇ, ਥਾਪੜਾ ਦਿੱਤਾ ਭਾਈ ਉਦੈ ਸਿੰਘ ਨੂੰ, ਪਿਆਰ ਦਿੱਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਤੇ ਭਾਈ ਉਦੈ ਸਿੰਘ ਬਹੁਤ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਨਮੋ ਕੀਨ ਚਾਲਾ ਸੋ ਜੋਦਾ ਵਿਸਾਲਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਮੱਥਾ ਟੇਕ ਕੇ, ਨਤਮਸਤਕ ਹੋ ਕੇ, ਸਤਿਗੁਰੂ ਜੀ ਤੋਂ ਆਸੀਸ ਪ੍ਰਾਪਤ ਕਰਕੇ, ਸਤਿਗੁਰੂ ਜੀ ਤੋਂ ਥਾਪੜਾ ਲੈ ਕੇ ਫਿਰ ਭਾਈ ਉਦੈ ਸਿੰਘ ਵਾਪਸ ਚੱਲੇ ਨੇ। ਯੋਧਾ ਵਿਸਾਲਾ, ਜਿਹੜੇ ਵੱਡੇ ਤਕੜੇ ਯੋਧੇ ਨੇ। ਵੱਡੀ ਸ਼ੀਘਰ ਧਾਇਓ ਤਿਸੀ ਥਾਵ ਆਇਓ। ਬੜੀ ਸ਼ੀਘਰਤਾ ਦੇ ਨਾਲ, ਬੜੀ ਛੇਤੀ ਦੇ ਨਾਲ ਚੱਲ ਕੇ ਉੱਥੇ ਪਹੁੰਚੇ। ਗੁਰੂ ਨੰਦ ਜੋਦਾ ਦਲੰ ਪੁੰਜ ਰੋਦਾ। ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਆਪਣੇ ਸਾਥੀਆਂ ਦੇ ਸਮੇਤ ਵੈਰੀ ਦੇ ਦਲ ਦਾ ਰਾਹ ਰੋਕ ਕੇ
ਜੰਗ ਲੜਦੇ ਪਏ ਨੇ, ਮੁਕਾਬਲਾ ਕਰਦੇ ਪਏ ਨੇ, ਇੱਥੇ ਨੇੜੇ ਪਹੁੰਚ ਗਏ। ਵੱਡੇ ਊਚ ਗਾਜਾ ਮਹਾ ਯੁੱਧ ਸਾਜਾ। ਬੜਾ ਭਿਆਨਕ ਜੰਗ, ਬੜੀ ਕਮਸਾਨ ਦੀ ਜੰਗ ਹੋ ਰਹੀ ਹੈ। ਤਜੇ ਤੀਰ ਤੀਖੇ ਬਿਦੇ ਵੀਰ ਦੀਖੇ। ਬੜੇ ਤਿੱਖੇ ਤੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚਲਾ ਰਹੇ ਨੇ, ਜਿਹੜੇ ਵੈਰੀ ਦੇ ਸਿਪਾਹੀਆਂ ਦੇ ਸਰੀਰਾਂ ਨੂੰ ਵਿੰਨ ਕੇ ਪਰੋ ਕੇ ਪਾਰ ਲੰਘਦੇ ਨੇ। ਗੁਰੂ ਨੰਦ ਆਸ਼ੇ ਕਰੇ ਬੋਲ ਪਾਸ਼ੇ। ਤੇ ਇਸ ਤਰ੍ਹਾਂ ਫਿਰ ਇਹ ਜਿਹੜੀ ਜੰਗ ਕਮਸਾਨ ਦੀ ਲੜੀ ਜਾ ਰਹੀ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਕੇਵਲ ਕੁਝ ਸਾਥੀ ਨਾਲ ਕਿੰਨੀ ਸ਼ੂਰਬੀਰਤਾ ਦੇ ਨਾਲ ਲੜੇ, ਕਿੰਨੀ ਦਲੇਰੀ ਦੇ ਨਾਲ ਲੜੇ ਕਿ ਲੱਖਾਂ ਦੇ ਦਲ ਦਾ ਰਾਹ ਰੋਕ ਲਿਆ, ਅੱਗੇ ਨਹੀਂ ਵਧਣ ਦਿੱਤਾ। ਜਿੱਥੇ ਅੜ ਕੇ ਖਲੋ ਗਏ ਉੱਥੇ ਹੀ ਮੁਕਾਬਲਾ ਕਰਦੇ ਪਏ ਨੇ, ਅੱਗੇ ਨਹੀਂ ਵਧਣ ਦਿੱਤੇ। ਤੇ ਇੱਥੇ ਫਿਰ ਜਦੋਂ ਭਾਈ ਉਦੈ ਸਿੰਘ ਪਹੁੰਚਦੇ ਨੇ, ਪਹੁੰਚਦਿਆਂ ਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਉੱਚੀ ਆਵਾਜ਼ ਦੇ ਵਿੱਚ ਆਖਦੇ ਨੇ, ਭਇਓ ਆਪ ਆਗੇ ਮਹਾ ਕ੍ਰੋਧ ਜਾਗੇ। ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਇਥੋਂ ਪਿਛਾਂਹ ਹਟਣ ਦੇ ਵਾਸਤੇ ਕਹਿੰਦੇ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਲ ਜਾਣ ਦੇ ਵਾਸਤੇ ਕਹਿੰਦੇ ਨੇ, ਤੇ ਆਪ ਲੜਨ ਦੇ ਵਾਸਤੇ ਅਗਾਂਹ ਹੁੰਦੇ ਨੇ। ਕਹਿਓ ਪੰਥ ਜਾਓ ਗੁਰੂ ਪੈ ਸਿਧਾਓ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਬਚਨ ਹੈ, ਸਤਿਗੁਰੂ ਜੀ ਦਾ ਜੋ ਹੁਕਮ ਹੈ, ਉਹ ਆ ਕੇ ਸੁਣਾਇਆ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ। ਉਹਨਾਂ ਨੂੰ ਇਹ ਬਚਨ ਆਖਿਆ ਹੈ ਉੱਚੀ ਆਵਾਜ਼ ਦੇ ਕੇ ਕਿ ਤੁਸੀਂ ਇਸ ਰਸਤੇ ਅੱਗੇ ਸਿਆਹੀ ਟਿੱਬੀ ਦੇ ਵੱਲ ਚੱਲੋ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਤੁਸੀਂ ਪਹੁੰਚ ਜਾਓ। ਹਰੇ ਸੋ ਉਡੀਕੈ ਚਲੈ ਫੇਰ ਨੀਕੇ। ਕਿਉਂਕਿ ਤੁਹਾਡੇ ਵਾਸਤੇ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਹੈ, ਉਹ ਤੁਹਾਨੂੰ ਉਡੀਕ ਰਹੇ ਨੇ ਸਿਆਹੀ ਟਿੱਬੀ ਤੇ। ਤੁਹਾਡੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਉੱਥੋਂ ਅੱਗੇ ਚੱਲਣਾ ਹੈ, ਤੁਹਾਡੇ ਵਾਸਤੇ ਇਹੀ ਹੁਕਮ ਹੈ। ਕਿਉਂਕਿ ਭਾਈ ਉਦੈ ਸਿੰਘ ਜੀ ਨੂੰ ਵੀ ਇਹ ਪਤਾ ਹੈ ਕਿ ਸਤਿਗੁਰੂ ਜੀ ਦੇ ਹੁਕਮ ਤੋਂ ਬਿਨਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਕਦਮ ਪਿੱਛੇ ਨਹੀਂ ਹਟਾਉਣੇ। ਆਖਰੀ ਸਵਾਸ ਤੱਕ, ਅਖੀਰਲੇ ਸਾਹ ਤੱਕ ਇਹਨਾਂ ਨੇ ਅੜ ਕੇ ਲੜਨਾ ਹੈ, ਪਿੱਛੇ ਹਟਣ ਵਾਲਿਆਂ ਦੇ ਵਿੱਚ ਨਹੀਂ। ਇਸ ਕਰਕੇ ਸਤਿਗੁਰੂ ਜੀ ਦਾ ਹੁਕਮ ਹੈ ਤੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਫਿਰ ਇੱਥੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਫੇਰ ਹੀ ਪਿੱਛੇ ਹਟਣਗੇ। ਇਹ ਬਚਨ ਕਹਿ ਕੇ ਬਾਬਾ ਅਜੀਤ ਸਿੰਘ ਜੀ ਨੂੰ ਪਿਛਾਂਹ ਹਟਣ ਭਾਵ ਸਿਆਹੀ ਟਿੱਬੀ ਦੇ ਵੱਲ ਚਾਲੇ ਪਾਉਣ ਦੇ ਵਾਸਤੇ ਕਿਹਾ ਹੈ। ਇਹ ਜਥੇ ਦੇ ਸਮੇਤ ਤੇ ਆਪਣੇ ਜਥੇ ਦੇ ਸਮੇਤ ਭਾਈ ਉਦੈ ਸਿੰਘ ਜੀ ਮੋਰਚਾ ਸੰਭਾਲਦੇ ਨੇ, ਵੈਰੀ ਦੇ ਦਲ ਦਾ ਰਾਹ ਰੋਕਣ ਦੇ ਵਾਸਤੇ ਅੱਗੇ ਹੁੰਦੇ ਨੇ। ਜਿਸ ਤਰ੍ਹਾਂ ਇਹ ਕਮਸਾਨ ਦੀ ਜੰਗ ਹੁੰਦੀ ਹੈ, ਭਾਈ ਉਦੈ ਸਿੰਘ ਜੀ ਆਪਣੇ ਜਥੇ ਦੇ ਸਮੇਤ ਜਿਵੇਂ ਲੜਦੇ ਨੇ, ਮੁਕਾਬਲਾ ਕਰਦੇ ਨੇ, ਸ਼ਹਾਦਤਾਂ ਹੁੰਦੀਆਂ ਨੇ। ਭਾਈ ਜੀਵਨ ਸਿੰਘ ਆਦਿਕ ਜਿਹੜੇ ਮਹਾਨ ਸੂਰਬੀਰ ਯੋਧੇ, ਤੇ ਸਿਰਸਾ ਦੇ ਕਿਨਾਰੇ ਤੇ ਅੰਮ੍ਰਿਤ ਵੇਲੇ ਦਾ ਸਮਾਂ, ਅੰਮ੍ਰਿਤ ਵੇਲੇ ਦੇ ਸਮੇਂ ਦਾ ਬਿਰਤਾਂਤ, ਫਿਰ ਜਿਵੇਂ ਸਿਰਸਾ ਪਾਰ ਕੀਤੀ ਜਾਂਦੀ ਹੈ, 6 ਪੋਹ ਦੀ ਰਾਤ ਦਾ ਅੰਤ ਹੁੰਦਾ ਹੈ, 7 ਪੋਹ ਦੀ ਸਵੇਰ ਹੁੰਦੀ ਹੈ। ਜਿਸ ਪ੍ਰਕਾਰ ਇਹ ਕਮਸਾਨ ਦੀ ਜੰਗ ਚੱਲਦੀ ਹੈ, ਜਿਵੇਂ ਇਹ ਬਿਰਤਾਂਤ ਅੱਗੇ ਚੱਲਦਾ ਹੈ, ਇਤਿਹਾਸ ਦੀ ਜਿਹੜੀ ਲੜੀ ਹੈ, ਇਹ ਇਥੋਂ ਕੱਲ ਅੱਗੇ ਆਪਾਂ ਆਰੰਭ ਕਰਾਂਗੇ, ਤੁਰਾਂਗੇ।